ताकत तू की है, जरूरत मजबूरी, नशा के मशहूरी। ताकत तू की है, दुनिया तेरे अगे पिछे, दुनिया तेरे अगे पिछे, तैनू पाउण दे लब्बे तरीके, पर तू ना बहंदी एक थां ते टिके। ताकत तू की है। Hello and welcome to our new episode of the podcast आगाज। मेरा नाम है ਦੀਪ ਤੇ ਅੱਜ ਮੈਨੂੰ ਜੁਆਇਨ ਕਰਨਗੇ ਹਰਪ੍ਰੀਤ ਤੇ ਅਨੁਭਵ। ਆਪਾਂ ਸ਼ੁਰੂ ਕਰਦੇ ਹਾਂ। ਹਰਪ੍ਰੀਤ, ਤੁਹਾਡੇ ਤੋਂ, ਤੁਸੀਂ ਅਗਰ ਆਪਣੀ ਕਵਿਤਾ ਤੋਂ ਸ਼ੁਰੂ ਕਰਨਾ ਚਾਹੋ ਅੱਜ ਦਾ ਟੌਪਿਕ। ਜਨਦੀਪ, ਥੈਂਕ ਯੂ ਵੈਰੀ ਮਚ ਆਪਣੇ ਪੋਡਕਾਸਟ ਦੇ ਉੱਤੇ ਮੈਨੂੰ ਦੁਬਾਰਾ ਸੱਦਣ ਵਾਸਤੇ। ਤੇ ਜਿੱਦਾਂ ਕਿ ਤੁਸੀਂ ਦੱਸਿਆ ਕਿ ਇਹ ਵਿਸ਼ਾ ਪਾਵਰ ਹੈ, ਤੇ ਮੇਰੀਆਂ ਕਵਿਤਾ ਦੀਆਂ ਲਾਈਨਾਂ ਏਦਾਂ ਨੇ। ਤਾਕਤ ਤੂੰ ਕੀ ਹੈ, ਜ਼ਰੂਰਤ ਮਜਬੂਰੀ, ਨਸ਼ਾ ਕੇ ਮਸ਼ਹੂਰੀ। ਤਾਕਤ ਤੂੰ ਕੀ ਹੈ, ਦੁਨੀਆ ਤੇਰੇ ਅੱਗੇ ਪਿੱਛੇ, ਤੈਨੂੰ ਪਾਉਣ ਦੇ ਲੱਭੇ ਤਰੀਕੇ, ਪਰ ਤੂੰ ਨਾ ਬਹਿੰਦੀ ਇੱਕ ਥਾਂ ਤੇ ਟਿੱਕੇ। ਤਾਕਤ ਤੂੰ ਕੀ ਹੈ, ਕਿਹਦੀ ਹੈ ਤੂੰ ਕਿੱਥੋਂ ਆਈ, ਕਿਹਦੀ ਹੈ ਤੂੰ ਕਿੱਥੋਂ ਆਈ, ਕਿੱਦਾਂ ਕੋਈ ਤੇਰੀ ਰਮਜ ਪਛਾਣੇ। ਤੇਰਾ ਅੰਤ ਹੈ ਜਾਂ ਨਾ ਕੋਈ, ਮੈਨੂੰ ਤਾਂ ਕੁਝ ਸਮਝ ਨਾ ਆਵੇ। ਤਾਕਤ ਤੂੰ ਕੀ ਹੈ। ਉਸ ਤੋਂ ਬਾਅਦ ਤਾਕਤ ਜਵਾਬ ਦਿੰਦੀ ਹੈ ਕਮਾਲ ਤੇਰਾ ਪੂਰਾ ਹੀ ਸਵਾਲ, ਮੈਂ ਹਾਂ ਨਿਰਦੋਸ਼ ਪਰ ਮੇਰਾ ਨਾਂ ਬਦਨਾਮ, ਮੈਨੂੰ ਪਾਉਂਦੇ ਡਰਪੋਕ ਨਖੱਟੂ, ਮੈਨੂੰ ਰੋਸ ਤਾਂ ਹੀ ਨਿਤ ਬਦਲਾਂ ਸਰਦਾਰ, ਮਨ ਦੇ ਪੱਕੇ ਮੈਥੋਂ ਕੋਸਾਂ ਦੂਰ, ਨੀਵੇਂ ਰਹਿੰਦੇ ਨਾ ਕਰਨ ਗਰੂਰ, ਪੈਰ ਉਹਨਾਂ ਦੇ ਮੇਰਾ ਅੰਤ, ਇਹੀ ਮੇਰੀ ਹਸਤੀ ਹਜ਼ੂਰ, ਇਹੀ ਮੇਰੀ ਹਸਤੀ ਹਜ਼ੂਰ। ਆਪਾਂ ਟੌਪਿਕ ਸ਼ੁਰੂ ਕਰਦੇ ਹਾਂ। ਬਹੁਤ ਸੋਹਣੀ ਲਾਈਨਾਂ ਲਿਖੀਆਂ ਸੀਗੀਆਂ ਹਰਪ੍ਰੀਤ। ਮੇਰਾ ਜੋ ਪਹਿਲਾ ਪੁਆਇੰਟ ਆਪਾਂ ਡਿਸਕਸ ਕਰਦੇ ਹਾਂ ਕਿ what does power mean to you, ਤਾਕਤ ਤੁਹਾਡੇ ਲਈ ਕੀ ਮਾਇਨੇ ਰੱਖਦੀ ਹੈ। ਇੱਕ ਆਪਾਂ ਇਹਦਾ ਜਨਰਲ ਵਿਊ ਡਿਸਕਸ ਕਰਾਂਗੇ ਜੇ ਤੁਹਾਡਾ ਵਰਲਡ ਵਿਊ ਕੀ ਹੈ ਇਹਦੇ ਬਾਰੇ, ਤੇ ਇੱਕ ਆਪਾਂ ਡਿਸਕਸ ਕਰਾਂਗੇ ਕਿ ਆਪਾਂ ਨੂੰ ਪਰਸਨਲੀ ਕੀ ਕੁਝ ਪਾਵਰਸ ਪੋਜੈਸ ਕਰਨ ਦੀ ਲੋੜ ਹੈ ਆਪਣੀ ਸੈਲਫ ਡਿਵੈਲਪਮੈਂਟ ਲਈ ਜਾਂ ਆਪਣੀ ਸੈਲਫ ਗਰੋਥ ਲਈ ਕਿ ਨਹੀਂ। ਅਨੁਭਵ, ਤੁਹਾਡੇ ਤੋਂ ਸ਼ੁਰੂ ਕਰਦੇ ਹਾਂ ਆਪਾਂ। ਤੁਹਾਡੇ ਲਈ ਤਾਕਤ ਜਾਂ ਤੁਹਾਡੇ ਲਈ ਪਾਵਰ ਕੀ ਮਾਇਨੇ ਰੱਖਦੀ ਹੈ। ਥੈਂਕ ਯੂ ਜਨਦੀਪ। ਜਦੋਂ ਬੰਦਾ ਕਿਸੇ ਕੰਮ ਨੂੰ ਕਰਨ ਦੇ ਯੋਗ ਹੁੰਦਾ, ਜਦੋਂ ਬੰਦਾ ਆਪਦੇ ਮਨ ਦੇ ਵਿੱਚ ਇਹ ਚੀਜ਼ ਨੂੰ ਪਾੜ ਲੈਂਦਾ ਕਿ ਮੈਂ ਇਸ ਕੰਮ ਨੂੰ ਕਰ ਸਕਦਾ ਹਾਂ, ਉਹਨੂੰ ਟੈਂਪਰੇਰੀਲੀ ਉਸ ਗੱਲ ਦੇ ਹੌਸਲੇ ਨੂੰ ਬਣਾਉਣ ਦੇ ਲਈ ਜੋ ਚੀਜ਼ ਦੀ ਜ਼ਰੂਰਤ ਹੁੰਦੀ ਹੈ, ਮੇਰਾ ਖਿਆਲ ਉਹਨੂੰ ਮੈਂ ਤਾਕਤ ਕਹਿ ਸਕਦਾ। ਪਰ ਜੇ ਉਹ ਲੰਬੇ ਸਮੇਂ ਲਈ ਉਹਦੇ ਮਨ ਦੇ ਵਿੱਚ ਘਰ ਕਰ ਜਾਂਦੀ ਹੈ ਤਾਂ ਉਹ ਉਹਦੀ ਡਿੱਗਣ ਦਾ ਵੀ ਕਾਰਨ ਬਣਦੀ ਹੈ। ਸੋ ਇਸੇ ਕਰਕੇ ਮੈਂ ਕਹਿ ਰਿਹਾ, ਮੇਰੇ ਮੁਤਾਬਕ ਤਾਕਤ ਇੱਕ ਭਰਮ ਹੈ, ਤਾਕਤ ਇੱਕ ਹੌਸਲਾ ਵੀ ਹੈ, ਤਾਕਤ ਮੰਜ਼ਿਲ ਨਹੀਂ ਹੈ, ਤਾਕਤ ਰਸਤਾ। ਜਦੋਂ ਆਪਾਂ ਕਹਿੰਦੇ ਆ ਨਾ ਕਿ ਪਾਵਰ, ਜਦੋਂ ਆਪਾਂ ਸੇ ਪਾਵਰ ਵਰਡ ਦਾ ਯੂਜ਼ ਕਰਦੇ ਆ ਨਾ, ਬਹੁਤ ਇੱਕ ਇਹਦਾ ਨਾ ਨੈਗੇਟਿਵ ਇੰਪੈਕਟ ਆਉਂਦਾ, ਪਤਾ ਨਹੀਂ ਕਿਉਂ, ਬਟ ਇਹਦਾ ਨਾ ਨੈਗੇਟਿਵ ਇੰਪੈਕਟ ਆਉਂਦਾ ਕਿ ਜਿਹੜੇ ਬੰਦੇ ਕੋਲ ਪਾਵਰ ਆ ਉਹ ਮਾੜਾ ਹੀ ਹੋਊਗਾ। ਹੁੰਦਾ ਨਾ ਕਿ ਜਾਂ ਤਾਂ ਆਪਣੇ ਸ਼ਾਇਦ ਕਲਚਰ ਦੀ ਵਜ੍ਹਾ ਨਾਲ ਜਾਂ ਕਿਸੇ ਤਰੀਕੇ ਨਾਲ ਆਪਾਂ ਨੂੰ ਇਹਦਾ ਦੱਸਿਆ ਜਾਂਦਾ ਕਿ ਨਹੀਂ ਉਹ ਬੜਾ ਪਾਵਰਫੁਲ ਹੈ, ਜਾਂ ਤਾਂ ਉਹ ਤੁਹਾਨੂੰ ਦਬਾ ਕੇ ਰੱਖੂਗਾ, ਤੇ ਜਾਂ ਉਹਨੇ ਏਦਾਂ ਦੀ ਕੋਈ ਚੀਜ਼ ਹਾਸਿਲ ਕਰ ਲਈ ਹੋਈ ਹੈ ਜੋ ਤੁਸੀਂ ਨਹੀਂ ਕਰ ਸਕਦੇ ਕਦੇ। ਓਕੇ, ਆਈ ਥਿੰਕ ਜਦੀਪ ਇਹ ਅਗਲਾ ਬੜਾ ਖੂਬਸੂਰਤ ਸਵਾਲ ਆ, ਤੇ ਮੈਂ ਕੋਸ਼ਿਸ਼ ਕਰਦਾ ਦਾ ਆਨਸਰ ਦੇਣ ਦੀ। ਆਫ ਕੋਰਸ ਜਿਹੜਾ ਬੰਦਾ ਮਤਲਬ ਕਿ ਇੱਕ ਪੋਜੀਸ਼ਨ ਦੇ ਉੱਤੇ ਆ, ਕਿਸੇ ਪਾਵਰਫੁਲ ਪੋਜੀਸ਼ਨ ਦੇ ਉੱਤੇ ਆ, ਉਹ ਬੰਦਾ ਚੰਗਾ ਜਾਂ ਮਾੜਾ ਹੋ ਸਕਦਾ, ਠੀਕ ਆ। ਖਾਸ ਕਰ ਜਿਹੜਾ ਆਪਣਾ ਹੁਣ ਮਤਲਬ ਕਿ ਸੋਫਿਸਟੀਕੇਟਡ ਸਿਸਟਮ ਨੇ ਲੋਕਾਂ ਦੇ ਆਪਸ ਚ ਰਹਿਣ ਦੇ, ਮਿਲਣ ਜੁਲਣ ਦੇ, ਉਹਦੇ ਵਿੱਚ ਪਾਵਰਸ ਕ੍ਰੀਏਟ ਕੀਤੀਆਂ ਗਈਆਂ ਕਈ ਜਗ੍ਹਾ ਦੇ ਉੱਤੇ, ਉਹ ਸਪੈਸੀਫਿਕਲੀ ਲੋਕਾਂ ਦੇ ਭਲੇ ਵਾਸਤੇ ਕ੍ਰੀਏਟ ਕੀਤੀਆਂ ਗਈਆਂ, ਠੀਕ ਆ। ਹੁਣ ਉਹ ਬੰਦਾ ਕਿਹੋ ਜਿਹਾ ਪਾਵਰ ਦੇ ਵਿੱਚ ਫਿੱਟ ਕਰਦੇ ਆ ਆਪਾਂ, ਉਹ ਡਿਪੈਂਡ ਕਰਦਾ ਹੈ ਨਾ। ਪਾਵਰ ਇਟਸੈਲਫ ਇਟਸ ਜਸਟ ਅ ਸਿਸਟਮ, ਇਟ ਕੈਨ ਬੀ ਯੂਜ਼ਡ ਇਨ ਈਦਰ ਵੇ, ਨੈਗੇਟਿਵ ਔਰ ਪੋਜ਼ਿਟਿਵ। ਹੁਣ ਉਹ ਡਿਪੈਂਡ ਕਰਦਾ ਜਿਹੜਾ ਸਿਸਟਮ ਦੇ ਵਿੱਚ ਆਪਾਂ ਪੁਰਜਾ ਫਿੱਟ ਕਰਨਾ ਬੰਦਾ, ਉਹ ਉਹਨੂੰ ਕਿੱਧਰ ਨੂੰ ਚਲਾਉਣਾ ਚਾਹੁੰਦਾ।
ਬਚਪਨ ਤੋਂ ਲੈ ਕੇ ਹੁਣ ਤੱਕ ਫਿਲਮਾਂ ਦੇ ਵਿੱਚ ਵੀ ਸਾਰੇ ਕਿਤੇ ਮੈਨੀਪੂਲੇਸ਼ਨ ਹੀ ਦੇਖਦੇ ਆਏ ਆ ਲੋਕਾਂ ਦੀ, ਕਿ ਉਹ ਉੱਚੇ ਬੰਦੇ ਨੇ ਨੀਵਾਂ ਦੱਬ ਲਿਆ, ਹੈ ਨਾ। ਤੇ ਉਹ ਮੈਨੂੰ ਲੱਗਦਾ ਕਿਤੇ ਨਾ ਇੱਕ ਫਾਲਸ ਬਿਲੀਫ ਵੀ ਕ੍ਰੀਏਟ ਕਰ ਦਿੰਦੇ ਆ ਕਿ ਜ਼ਰੂਰੀ ਨਹੀਂ ਕਿ ਉੱਚਾ ਬੰਦਾ ਹਮੇਸ਼ਾ ਨੀਵੇਂ ਨੂੰ ਦੱਬਦਾ ਰਹੇ, ਇਹ ਕਦੀ ਜ਼ਰੂਰੀ ਨਹੀਂ ਹੁੰਦਾ। ਮੈਨੂੰ ਲੱਗਦਾ ਕਿ ਆਪਣੇ ਦੇਸ਼ ਦੇ ਵਿੱਚ ਜਿੱਥੇ ਆਪਾਂ ਰਹਿੰਦੇ ਆ ਉੱਥੇ ਕਿੰਨੇ ਹੀ ਕਿਸਮ ਦੇ ਲੀਡਰ ਹੋ ਕੇ ਚਲੇ ਗਏ, ਤੇ ਉਹਨਾਂ ਦੇ ਵਿੱਚੋਂ ਕੁਝ ਦਰਵੇਸ਼ ਵੀ ਹੋ ਕੇ ਗਏ ਨੇ ਤੇ ਕੁਝ ਬੜੇ ਬੇਕਾਰ ਵੀ ਹੋ ਕੇ ਗਏ ਨੇ, ਠੀਕ ਆ। ਤੇ ਹਾਲਾਂਕਿ ਦਰਵੇਸ਼ਾਂ ਦੀ ਗਿਣਤੀ ਘੱਟ ਹੋਣ ਕਰਕੇ ਲੋਕਾਂ ਨੂੰ ਲੱਗਦਾ ਕਿ ਜ਼ਿਆਦਾ ਮਾੜੇ ਹੁੰਦੇ ਆ। ਦੇਖੋ, ਤਾਕਤ ਦੋ ਤਰ੍ਹਾਂ ਨਾਲ ਵਰਤੀ ਜਾ ਸਕਦੀ ਹੈ। ਤਾਕਤ ਨੂੰ ਤੁਸੀਂ ਕਿਸੇ ਤੇ ਵੀ ਵਰਤ ਸਕਦੇ ਹੋ, ਤਾਕਤ ਨੂੰ ਤੁਸੀਂ ਆਪਣੇ ਤੇ ਵੀ ਵਰਤ ਸਕਦੇ ਹੋ, ਠੀਕ ਹੈ। ਮਾੜਾ ਪ੍ਰਭਾਵ ਇਸ ਕਰਕੇ ਜ਼ਿਆਦਾ ਪੈਂਦਾ ਕਿਉਂਕਿ ਉਹ ਕਿਸੇ ਤੇ ਜ਼ਿਆਦਾ ਵਰਤੀ ਜਾਂਦੀ ਹੈ। ਆਪਣੇ ਤੇ ਉਹਦਾ ਜਿਹੜਾ ਯੂਜ਼ੇਜ ਹੈ ਉਹ ਬਹੁਤ ਘੱਟ ਹੁੰਦੀ ਹੈ। ਫਰਜ਼ ਕਰੋ ਬੰਦਾ ਤਾਕਤਵਰ ਹੈ, ਕਿਉਂ ਤਾਕਤਵਰ ਹੈ? ਕਿਉਂਕਿ ਸਮਾਜ ਦੇ ਵਿੱਚ ਉਹਦਾ ਇੱਕ ਰੁਤਬਾ ਹੈ, ਸਮਾਜ ਦੇ ਵਿੱਚ ਉਹਦਾ ਇੱਕ ਦਬਦਬਾ ਹੈ। ਇਹ ਤਾਕਤ ਦੇ ਮਾਇਨੇ ਆਪਣੇ ਲਈ ਕਿਉਂ? ਕਿਉਂਕਿ ਆਪਾਂ ਇਹੀ ਦੇਖਦੇ ਆ ਰਹੇ ਹਾਂ, ਆਪਾਂ ਨੂੰ ਇਹੀ ਦਿਖਾਇਆ ਜਾ ਰਿਹਾ। ਪਰ ਮੈਂ ਕੀ ਸਮਝਦਾ, ਸਹੀ ਮਾਇਨਿਆਂ ਦੇ ਵਿੱਚ ਆਪਾਂ ਉਸ ਦੇਸ਼ ਦੇ ਨਾਗਰਿਕ ਹਾਂ ਜਿੱਥੇ ਬੇਇੰਤਹਾ ਆਪਣੇ ਕੋਲੇ ਐਗਜ਼ਾਮਪਲਸ ਹੈਗੀਆਂ ਅੰਦਰੂਨੀ ਤਾਕਤ ਦੀਆਂ। ਮੈਂ ਸਮਝਦਾ ਤਾਕਤ ਦੇ ਦੋ ਰੂਪ ਹੈ। ਜੇ ਤੁਸੀਂ ਕਿਸੇ ਤੇ ਵਰਤ ਰਹੇ ਹੋ ਉਹ ਨੈਗੇਟਿਵ ਹੋ ਸਕਦੀ ਹੈ, ਜ਼ਿਆਦਾ ਜਾਊਗੀ। ਜੇ ਤੁਸੀਂ ਉਹਨੂੰ ਆਪਦੇ ਆਪ ਤੇ ਲਾਗੂ ਕਰ ਰਹੇ ਹੋ ਤਾਂ ਉਹ ਡੈਫੀਨੇਟਲੀ ਪੋਜ਼ਿਟਿਵ ਹੋਊਗੀ। ਉਹ ਤੁਹਾਡੀ ਸ਼ਖਸੀਅਤ ਨੂੰ ਨਿਖਾਰੂਗੀ, ਉਹ ਤੁਹਾਡੇ ਆਪਣੇ ਆਪ ਦੇ ਉੱਪਰ ਕੰਟਰੋਲ ਨੂੰ ਵਧਾਊਗੀ। ਕਿਉਂਕਿ ਮੈਨੂੰ ਏਦਾਂ ਲੱਗਦਾ discipline is a power as well for yourself. If you're disciplined, you can use your discipline as a power to improve yourself. You can use discipline as a power to grow your team, to grow your nation. ਕਿਉਂਕਿ you create a culture out of that, ਨਾ। ਆਪਾਂ ਨੂੰ ਨੈਗੇਟਿਵ ਇੰਪੈਕਟ ਕਿਉਂ ਜ਼ਿਆਦਾ ਦਿਖਾਈ ਦਿੰਦਾ? ਕਿਉਂਕਿ ਆਪਾਂ ਇਸ ਚੀਜ਼ ਨੂੰ ਜ਼ਿਆਦਾ ਡਿਸਕਸ ਹੀ ਨਹੀਂ ਕਰ ਪਾ ਰਹੇ। ਆਪਾਂ ਨੂੰ ਦਿਖਦਾ ਹੀ ਇੱਕ ਨੈਗੇਟਿਵ ਪੱਖ ਜ਼ਿਆਦਾ। ਜਦੋਂ ਆਪਾਂ ਇੱਕ ਸੁਸਾਇਟੀ ਵਿੱਚ ਉੱਠਦੇ ਬਹਿੰਦੇ ਆ, ਰਾਈਟ, ਉਦੋਂ ਤੁਹਾਨੂੰ ਕੀ ਲੱਗਦਾ ਹੈ ਕਿ ਪਾਵਰ ਗੇਨ ਕਰਨ ਲਈ ਕਿੰਨੀ ਮੈਨੀਪੂਲੇਸ਼ਨ ਯੂਜ਼ ਕੀਤੀ ਜਾਂਦੀ ਹੈ, ਜਾਂ ਫਿਰ ਪਾਵਰ ਇਜ਼ ਜਸਟ ਐਨ ਇਲੂਜ਼ਨ? ਮਤਲਬ ਮੈਨੂੰ ਲੱਗਦਾ ਜਨਦੀਪ ਕਿ ਇਲੂਜ਼ਨ ਤੇ ਮੈਨੀਪੂਲੇਸ਼ਨ ਕਿਤੇ ਨਾ ਉਰੇ ਕੋਰਿਲੇਟ ਕਰਦੇ ਨੇ। ਕਿਉਂਕਿ ਇਲੂਜ਼ਨ ਕ੍ਰੀਏਟ ਕਰਨ ਵਾਸਤੇ ਮੈਨੀਪੂਲੇਟ ਕਰਨਾ ਪੈਂਦਾ, ਠੀਕ ਆ। ਤੇ ਉਹ ਜਿਹੜਾ ਮੈਨੀਪੂਲੇਸ਼ਨ ਹੈ ਨਾ, ਉਹ ਕਿਸ ਸਕੇਲ ਤੇ ਹੋ ਰਿਹਾ ਤੇ ਕਿਸ ਪਰਪਸ ਵਾਸਤੇ ਹੋ ਰਿਹਾ, ਠੀਕ ਆ। ਰਿਗਾਰਡਲੈਸ ਆਫ ਇਹਦੀ ਆਊਟਕਮ ਆਪਾਂ ਛੱਡ ਦਿੰਦੇ ਹਾਂ ਕਿ ਪੋਜ਼ਿਟਿਵ ਨੈਗੇਟਿਵ ਵਟਐਵਰ, ਹੈ ਨਾ। ਉਹ ਜਿਹੜਾ ਬੰਦਾ ਜੇ ਸਫਲ ਹੋ ਜੇ ਆਪਣਾ ਇਲੂਜ਼ਨ ਕ੍ਰੀਏਟ ਕਰਨ ਦੇ ਵਿੱਚ ਤੇ ਮੈਨੀਪੂਲੇਟ ਕਰਨ ਦੇ ਵਿੱਚ, ਤਾਂ ਡੈਫੀਨੇਟਲੀ that person holds the power over the people that he or she has manipulated, right? ਮੈਂ ਇੱਕ ਚੀਜ਼ ਥੋੜੀ ਕਲੀਅਰ ਕਰਨਾ ਚਾਹੂੰਗਾ ਕਿ ਆਪਾਂ ਮੈਨੀਪੂਲੇਸ਼ਨ ਨੂੰ ਹਮੇਸ਼ਾ ਬੜਾ ਨੈਗੇਟਿਵ ਵਰਡ ਲੈ ਕੇ ਚੱਲਦੇ ਆ, ਰਾਈਟ। ਇਸ ਡਿਸਕਸ਼ਨ 'ਚ ਆਪਾਂ ਮੈਨੀਪੂਲੇਸ਼ਨ ਨੈਗੇਟਿਵ ਵਰਡ ਨਹੀਂ ਯੂਜ਼ ਕਰ ਰਹੇ, ਆਪਾਂ ਮੈਨੀਪੂਲੇਸ਼ਨ ਜਸਟ ਯੂਜ਼ ਕਰ ਰਹੇ ਹਾਂ ਕਿ ਹਾਊ ਇਜ਼ ਇਟ ਇਨਫਲੂਐਂਸਿੰਗ ਯੂ, ਹੈ ਨਾ। ਮਤਲਬ ਤੁਸੀਂ ਵੀ ਜਿੰਨਾ ਬੋਲਿਆ ਆਪਾਂ ਏਦਾਂ ਹੀ ਲੈ ਕੇ ਚੱਲ ਰਹੇ ਹਾਂ ਨਾ। ਮਤਲਬ that is very true। ਆਪਾਂ ਮੈਨੀਪੂਲੇਸ਼ਨ ਨੂੰ ਆਪਾਂ ਇੱਕ ਜਸਟ ਵਰਡ ਲੈ ਕੇ ਚੱਲ ਰਹੇ ਹਾਂ। ਹਾਂਜੀ ਬੋਲੋ। ਹਾਂ ਅਨੁਭਵ ਭਾਜੀ, ਸੌਰੀ, ਮੈਂ ਬਸ ਇਹਦੇ ਨਾਲ ਹੀ ਗੱਲ ਐਡ ਕਰਨੀ ਸੀ, ਮੈਨੂੰ ਸੀ ਸਕਿਪ ਨਾ ਹੋ ਜਾਏ। ਤੁਸੀਂ ਜੋ ਗੱਲ ਸ਼ੁਰੂ ਕੀਤੀ ਹੋਈ ਆ ਕਿ ਵੈਰੀ ਫਸਟ ਥਿੰਗ, ਜਿਵੇਂ ਜਨਦੀਪ ਨੇ ਵਰਡ ਦਿੱਤਾ ਕਿ ਮੈਨੀਪੂਲੇਸ਼ਨ, ਜਿੱਥੇ ਮੈਨੀਪੂਲੇਸ਼ਨ ਹੋ ਰਹੀ ਹੈ ਉੱਥੇ ਤਾਕਤ ਦੀ ਹੋਂਦ ਹੈਗੀ ਆ, ਠੀਕ ਹੈ। ਮੈਨੀਪੂਲੇਸ਼ਨ ਦਾ ਨੈਗੇਟਿਵ ਜ਼ਿਆਦਾ ਲਿਆ ਜਾਂਦਾ, ਪਰ ਇੱਕ ਮੈਂ ਤੁਹਾਨੂੰ ਜਿਵੇਂ ਚੀਜ਼ ਮੈਂ ਨਾਲ ਰਿਮਾਈਂਡ ਕਰੀ ਜਾਂਦਾ ਸੀ, ਇੱਕ ਸਾਡੇ ਐਗਰੀਕਲਚਰ ਦੇ ਵਿੱਚ ਇੱਕ ਚੀਜ਼ ਹੁੰਦੀ ਹੈ ਸੋਇਲ ਟਿਲਥ। ਵਾਟ ਇਜ਼ ਟਿਲੇਜ? ਉਹਦੇ ਵਿੱਚ ਇਹ ਵਰਡ ਅਸੀਂ BSc ਫਸਟ ਈਅਰ ਤੋਂ ਪੜ੍ਹਦੇ ਆ ਰਹੇ ਹਾਂ, ਫਿਜ਼ੀਕਲ ਮੈਨੀਪੂਲੇਸ਼ਨ ਆਫ ਦਾ ਸੋਇਲ। ਹੁਣ ਜਿਹੜੀ ਇਹ ਸੋਇਲ ਟਿਲੇਜ ਹੈ, ਇਟ ਇਜ਼ ਫॉर ਦਾ ਗੁੱਡ ਆਫ ਦਾ ਸੋਇਲ। ਇਹ ਆਪਾਂ ਉਹਦਾ ਕੁਝ ਮਾੜਾ ਤਾਂ ਨਹੀਂ ਕਰਦੇ ਪਏ।
ਹਨਾ ਆਪਾਂ ਉਹਨੂੰ ਚੇਂਜ ਕਰ ਰਹੇ ਹਾਂ, ਨੋ ਡਾਊਟ ਉਹਦਾ ਫਿਜ਼ੀਕਲ ਸਟਰਕਚਰ ਚੇਂਜ ਕਰ ਰਹੇ ਹਾਂ, ਉਹਦੀਆਂ ਪ੍ਰੋਪਰਟੀਜ਼ ਚੇਂਜ ਕਰ ਰਹੇ ਹਾਂ ਉਹਦੇ ਚੰਗੇ ਲਈ। ਐਵੇਂ ਜੇ ਆਪਾਂ ਹੁਣ ਕਿਸੇ ਹੋਰ ਚੀਜ਼ ਕਰਦੇ ਜਿਹੜੀਆਂ ਕਾਉਂਸਲਿੰਗਸ ਆਪਾਂ ਕਰਦੇ ਹੁੰਦੇ ਆ ਹਨਾ, ਉਹ ਕੀ ਹੁੰਦੀ ਹੈ ਬੇਸਿਕਲੀ, ਉਹ ਵੀ ਤਾਂ ਮੈਨੀਪੂਲੇਸ਼ਨਸ ਹੀ ਹੁੰਦੀ ਹੈ ਨਾ। ਜਿਹੜਾ ਬੰਦਾ ਉਹ ਮੈਨੀਪੂਲੇਸ਼ਨਸ ਕਰ ਰਿਹਾ ਬੇਸਿਕਲੀ ਹੀ ਇਜ਼ ਦ ਵਨ ਇਨ ਪਾਵਰ। ਮੈਨੂੰ ਕੋਈ ਬੰਦਾ ਕੋਈ ਚੀਜ਼ ਸਮਝਾ ਰਿਹਾ, ਫੋਰ ਐਗਜ਼ਾਮਪਲ ਜਿਹੜੀ ਆਪਾਂ ਗੱਲ ਕੀਤੀ ਕਿਸੇ ਦੇ ਭਲੇ ਦੇ ਲਈ ਜਿਹੜੀ ਪਾਵਰ ਯੂਜ਼ ਹੁੰਦੀ ਹੈ, ਉਹ ਇਹੀ ਪਾਵਰ ਹੈ। ਜੇ ਆਪਾਂ ਕਿਸੇ ਨੂੰ ਮੈਨੀਪੂਲੇਟ ਕਰ ਪਾ ਰਹੇ ਹਾਂ, ਜੇ ਆਪਾਂ ਕਿਸੇ ਦੀ ਸੋਚ ਨੂੰ ਸਹੀ ਚੇਂਜ ਕਰ ਪਾ ਰਹੇ ਹਾਂ ਹਨਾ, ਤਾਂ ਆਪਾਂ ਮੈਨੀਪੂਲੇਟ ਕਰ ਰਹੇ ਹਾਂ ਉਹਨੂੰ। ਹੁਣ ਓਬਵੀਅਸਲੀ ਉਹ ਸੋਰਸ ਤੇ ਜਾਊਗਾ ਕਿ ਉਹ ਸਹੀ ਕਰ ਰਹੇ ਆ ਜਾਂ ਗਲਤ ਕਰ ਰਹੇ ਆ, ਉਹ ਕਰਨ ਵਾਲੇ ਦੀ ਸੋਚ ਤੇ ਆ, ਉਹਦਾ ਸੋਰਸ ਕੀ ਆ। ਹਾਂਜੀ ਜ਼ਿੰਦਗੀ। ਇੱਕ ਲਾਸਟ ਪੁਆਇੰਟ ਮੈਂ ਡਿਸਕਸ ਕਰਨਾ ਚਾਹੂੰਗਾ, ਡਸ ਪਾਵਰ ਕਮ ਫਰੋਮ ਫੀਅਰ? ਕਿ ਇੱਕ ਡਰ ਕ੍ਰੀਏਟ ਹੁੰਦਾ, ਉਹਦੀ ਵਜ੍ਹਾ ਨਾਲ ਪਾਵਰ ਬੰਦਾ ਕਿਸੇ ਨੂੰ ਦੇ ਦਿੰਦਾ ਕਿ ਨਹੀਂ ਮਤਲਬ ਯੂ ਗੋ ਅਹੈਡ ਐਂਡ ਲੀਡ ਅਸ। ਸਪੋਜ਼ ਇੱਕ ਬੰਦਾ ਕੋਈ XYZ ਉਹਨੇ ਪਾਵਰ ਗੇਨ ਕਰਨੀ ਹੈ, does he need to use fear as a tool to create that influence? ਜੋ ਪਾਵਰ ਕ੍ਰੀਏਟ ਹੁੰਦੀ, ਕਿਉਂਕਿ ਆਪਾਂ ਨੂੰ ਸਪੀਡਿੰਗ ਕਰਨ ਤੋਂ ਡਰ ਹੈ ਕਿ ਚਲਾਨ ਆਊਗਾ, ਟਿਕਟ ਆਊਗੀ, ਤਾਂ ਆਪਾਂ ਸਪੀਡਿੰਗ ਨਹੀਂ ਕਰਦੇ। ਗ੍ਰੇਟਰ ਗੁੱਡ ਤੋਂ ਉਸ ਤੋਂ ਬਾਅਦ ਆਉਂਦਾ ਨਾ, ਉਹ ਸਿਸਟਮ ਦਾ ਕ੍ਰੀਏਟ ਕੀਤਾ ਹੋਇਆ ਗ੍ਰੇਟਰ ਗੁੱਡ ਹੈ ਕਿ ਤੁਸੀਂ ਸਪੀਡ ਲਿਮਿਟ 'ਚ ਚਲੋ ਤਾਂ ਸਾਰੀ ਸੇਫ ਰਹਿਣਗੇ। ਬਟ ਇਹਦੀ ਬੈਸਟ ਐਗਜ਼ਾਮਪਲ ਦਿੰਦੀ ਲਾਅ ਆ ਜਿਹਦੀ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਫੀਅਰ ਆ ਉਹ ਜ਼ਿਆਦਾ ਕਾਰਗਰ ਇਸੇ ਕਰਕੇ ਆ ਕਿ ਉਹਦੇ ਵਿੱਚ ਕੀ ਹੁੰਦਾ ਕਿ ਬੰਦਾ ਛੇਤੀ ਆਪਣਾ ਮਤਲਬ ਕਿ ਮੰਨ ਜਾਂਦਾ। ਤੁਹਾਡੀ ਗੱਲ ਹੈ ਨਾ, ਜਿਵੇਂ ਹਰਪ੍ਰੀਤ ਨੇ ਗੱਲ ਸ਼ੁਰੂ ਕੀਤੀ ਸੀ, ਜਿਵੇਂ ਆਪਾਂ ਜਿਹੜੀ ਪੈਂਡੈਮਿਕ 'ਚ ਆਪਾਂ ਹੈਗੇ ਆ ਕੋਵਿਡ, ਉਹਦੇ ਵਿੱਚ ਆਪਾਂ ਨੂੰ ਪਤਾ ਹੈ ਵੀ ਆਪਾਂ ਨੂੰ ਡਿਸਟੈਂਸ ਬਣਾ ਕੇ ਰੱਖਣਾ, ਉਹ ਆਪਣੀ ਹੈਲਥ ਲਈ ਆ। ਪਰ ਆਪਾਂ ਦੇਖ ਕੀ ਰਹੇ ਹਾਂ ਕਿ ਇਹਦੇ ਵਿੱਚ ਲਾਅ ਨੂੰ ਯੂਜ਼ ਕੀਤਾ ਜਾ ਰਿਹਾ, ਇਹਦੇ ਵਿੱਚ ਫੀਅਰ ਨੂੰ ਯੂਜ਼ ਕੀਤਾ ਜਾ ਰਿਹਾ ਤਾਂ ਕਿ ਲੋਕਾਂ ਨੂੰ ਕਿਸੇ ਚੀਜ਼ ਲਈ ਕਨਵਿੰਸ ਕੀਤਾ ਜਾ ਸਕੇ ਕਿ ਤੁਸੀਂ ਡਿਸਟੈਂਸ ਬਣਾ ਕੇ ਰੱਖੋ, ਤੁਸੀਂ ਮਾਸਕ ਪਾ ਕੇ ਰੱਖੋ। ਲੋਕ ਉਹਨੂੰ ਆਪਦੀ ਹੈਲਥ ਤੋਂ ਨਹੀਂ ਦੇਖਦੇ ਵੀ ਯਾਰ ਮੈਨੂੰ ਕਿਤੇ ਇਨਫੈਕਸ਼ਨ ਨਾ ਹੋ ਜਾਏ, ਮੈਂ ਮਾਸਕ ਪਾ ਕੇ ਰੱਖਾਂ, ਰਾਦਰ ਦੈਨ ਕਿਤੇ ਨਾਕਾ ਲੱਗਿਆ ਹੋਵੇ ਅੱਧਾ ਕਿਲੋਮੀਟਰ ਪਹਿਲਾਂ ਉਦੋਂ ਮਾਸਕ ਚੜ੍ਹਦਾ। ਉਹ ਕੀ ਹੈ? ਉਹ ਡਰ ਹੈ ਕਿ ਜੇ ਆਪਾਂ ਲਾਅ ਨੂੰ ਹਟਾ ਦਈਏ ਥੋੜੀ ਦੇਰ ਵਾਸਤੇ ਹਿਊਮਨਸ ਦੇ ਵਿੱਚੋਂ, ਇਹਨਾਂ ਨੂੰ ਮਰ ਕਮਲੇ ਹੋ ਜਾਣਾ। ਸਿਰਫ ਲਾਅ ਐਂਡ ਆਰਡਰ ਖਤਮ ਕਰ ਰਹੇ ਹਾਂ। ਬੇਸਿਕਲੀ ਪਾਵਰ ਕ੍ਰੀਏਟਸ ਫੀਅਰ ਐਂਡ ਫੀਅਰ ਕ੍ਰੀਏਟਸ ਪਾਵਰ। ਕਿਉਂਕਿ ਜਦੋਂ ਇੱਕ ਸਿਸਟਮ ਆਉਂਦਾ ਨਾ ਪਾਵਰ ਦਾ, ਉਹ ਥੋੜਾ ਡਰ ਬਣਾਉਂਦਾ, ਔਰ ਉਹ ਸਿਸਟਮ ਨੂੰ ਕ੍ਰੀਏਟ ਕਰਨ ਲਈ ਕਈ ਵਾਰੀ ਤੁਹਾਨੂੰ ਡਰ ਪਹਿਲੇ ਬਣਾਉਣਾ ਪੈਂਦਾ ਤਾਂ ਕਿ ਉਹ ਸਿਸਟਮ ਪ੍ਰੋਪਰਲੀ ਵਰਕ ਕਰ ਸਕੇ। I think power in itself, ਮੈਂ ਫਿਰ ਦੁਹਰਾਉਂਗਾ ਕਿ ਪਾਵਰ ਹਮੇਸ਼ਾ ਇੱਕ ਸਿਸਟਮ ਦੇ ਰੂਪ ਵਿੱਚ ਹੀ ਆਉਂਦੀ ਆ, ਤੇ ਉਹਨੂੰ ਮਤਲਬ ਕਿ ਜਦ ਤੱਕ ਉਹ ਸਿਸਟਮ ਦੀ ਯੂਸੇਜ ਰਹਿੰਦੀ ਆ, ਉਹ ਮਤਲਬ ਕਿ ਉਹਦੇ ਮਾਇਨੇ ਰਹਿੰਦੇ ਆ ਪਾਵਰ ਦੇ, ਠੀਕ ਆ। ਤੇ ਜਦ ਉਹ ਸਿਸਟਮ ਦੀ ਜ਼ਰੂਰਤ ਖਤਮ ਹੋ ਜਾਂਦੀ ਆ, ਉਹ ਯੂਜ਼ਲੈਸ ਹੋ ਜਾਂਦੀ ਆ। ਇੱਕ ਪਾਰਟਿਕੂਲਰ ਟਾਈਮ ਦੇ ਵਿੱਚ, ਇੱਕ ਪਾਰਟਿਕੂਲਰ এনवायरमेंट ਦੇ ਵਿੱਚ ਜਿਹੜੀ ਸਟੋਰੀ ਫਿੱਟ ਪੈਂਦੀ ਹੈ ਨਾ, ਤੇ ਉਹ ਕਨਵਿੰਸ ਕਰ ਲੈਂਦੀ ਹੈ ਲੋਕਾਂ ਨੂੰ ਉਸ ਚੀਜ਼ ਬਾਰੇ। ਸਟੋਰੀ ਸਾਰੇ ਲੋਕਾਂ ਨੂੰ ਕਨਵਿੰਸ ਕਰ ਲੈਂਦੀ ਵੀ ਇਹ ਸਹੀ ਆ। ਉਹ ਮੈਨੂੰ ਲੱਗਦਾ ਕਿ ਉਹ ਸਿਸਟਮ ਆ ਜਿਹੜਾ ਕ੍ਰੀਏਟ ਹੋਇਆ, ਉਹ ਪਾਵਰ ਆ, ਠੀਕ ਆ। ਪਰ ਇਹ ਮੈਂ ਜਦੋਂ ਆਪਣੀ ਲਾਈਨ ਦੇ ਵਿੱਚ ਕੀ ਨਾ, ਮੈਨੂੰ ਰੋਜ਼ ਤਾਂ ਮੈਂ ਨਿਤ ਬਦਲਾਂ ਸਰਦਾ, ਤਾਂ ਮੈਂ ਉਹਦੇ ਚ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਜਿਹੜੀ ਪਾਵਰ ਆ ਨਾ, ਉਹ ਕੌਨਸਟੈਂਟਲੀ ਮੂਵਿੰਗ ਆ। ਉਹ ਹਮੇਸ਼ਾ ਇੱਕੋ ਰੂਪ ਚ ਨਹੀਂ ਰਹਿੰਦੀ, ਉਹ ਹਮੇਸ਼ਾ ਚੇਂਜ ਹੁੰਦੀ ਰਹਿੰਦੀ ਆ। ਅਨੁਭਵ, ਕੀ ਫਾਈਨਲ ਥਾਟਸ ਐਡ ਕਰਨਾ ਚਾਹੋਗੇ? ਮੈਂ ਆਪਦੀ ਲਾਈਨ ਨੂੰ ਫਿਰ ਦੁਹਰਾਉਂਗਾ, ਪਾਵਰ ਜਾਂ ਤਾਕਤ ਮੰਜ਼ਿਲ ਨਹੀਂ ਆ, ਪਾਵਰ ਜਾਂ ਤਾਕਤ ਇੱਕ ਰਸਤਾ। ਉਹਨੂੰ ਜਿਵੇਂ ਵਰਤੋਂਗੇ ਉਹ ਉਦਾਂ ਹੀ ਤੁਹਾਨੂੰ ਰਿਵਰਟ ਕਰੂ। ਆਪਾਂ ਇਹਨੂੰ ਟੂਲ ਲੈ ਕੇ ਚੱਲ ਸਕਦੇ ਹਾਂ, ਪਾਵਰ ਨੂੰ ਇੱਕ ਟੂਲ ਹੈ। ਬਿਲਕੁਲ 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 ਬਿਲਕੁਲ। ਹਰਪ੍ਰੀਤ, ਕੀ ਐਡ ਕਰੋਗੇ? ਮੈਨੂੰ ਲੱਗਦਾ ਕਿ ਇਹੋ ਜਿਹੇ ਲੀਡਰਸ ਦੀ, ਮਤਲਬ ਕਿ ਇਹੋ ਜਿਹੇ ਪਾਵਰਫੁਲ ਲੀਡਰਸ ਦੀ ਜ਼ਮਾਨੇ ਨੂੰ ਲੋੜ ਆ। ਤੇ ਪਾਵਰ ਦੇ ਸਹੀ ਮਾਇਨੇ ਉਹੀ, ਮਤਲਬ ਕਿ ਉਹ ਕਹਿੰਦੇ ਨਾ ਕਿ ਪਾਵਰ ਮਿਲ ਤਾਂ ਹਰੇਕ ਨੂੰ ਜਾਂਦੀ ਆ, ਪਰ ਪਾਵਰ ਨੂੰ ਵਰਤਦਾ ਸਹੀ ਤਰੀਕੇ ਨਾਲ ਕੋਈ ਕੋਈ ਆ। ਤੇ ਪਾਵਰ, ਬਾਕੀ ਲੋਕਾਂ ਨੂੰ ਕਹਿੰਦੇ ਲੋਕ ਫਲਾਣੇ ਬੰਦੇ ਨੂੰ ਪਾਵਰ ਹਜਮ ਨਹੀਂ ਆਈ,
ਬਿਕੋਜ਼ ਹਰ ਕਿਸੇ ਦੀ ਕੈਪੇਬਿਲਿਟੀ ਨਹੀਂ ਹੁੰਦੀ ਐਡੀ ਇਹਨੂੰ ਹੈਂਡਲ ਕਰਨ ਦੀ। ਇਹਨੂੰ ਹੈਂਡਲ ਕਰਨ ਵਾਸਤੇ ਜਿਗਰਾ ਚਾਹੀਦਾ। ਤੇ ਮੈਂ ਕਹਿੰਦਾ ਕਿ ਉਹ ਜਿਹੜੇ ਇਸਨੂੰ ਐਜ਼ ਅ ਸਰਵੈਂਟ ਲੈ ਕੇ ਚੱਲਦੇ ਨਾ, ਇਹ ਬੰਦੇ ਜਿਸ ਦਿਨ ਮੈਜੋਰਿਟੀ 'ਚ ਹੋਣਗੇ ਨਾ ਦੁਨੀਆ ਦੇ ਵਿੱਚ, ਇਹ ਦੁਨੀਆ 'ਚ ਹਾਰਮਨੀ ਹੋਣਾ ਪੋਸੀਬਲ ਹੈ ਮੇਰੇ ਹਿਸਾਬ ਨਾਲ। ਪਾਵਰ ਨੂੰ ਐਜ਼ ਅ ਟੂਲ ਇਨ ਦਾ ਸੈਂਸ ਯੂਜ਼ ਕਰੋ ਕਿ ਟੂ ਪ੍ਰੋਟੈਕਟ ਯੋਰਸੈਲਫ, ਪਹਿਲੀ ਗੱਲ ਤਾਂ ਫਰੋਮ ਐਨੀ ਐਕਸਟਰਨਲ ਹਾਰਮ, ਤਾਂ ਕਿ ਤੁਹਾਡੇ ਤੇ ਕੋਈ ਐਕਸਟਰਨਲ ਹਾਰਮ ਨਾ ਹੋਵੇ, ਕੋਈ ਅਨਨੈਸੈਸਰੀ ਬਰਡਨ ਨਾ ਆਵੇ ਤੇ ਤੁਸੀਂ ਮਿਸਟ੍ਰੀਟ ਨਾ ਹੋਵੋ। ਸੋ ਯੂ ਕੈਨ ਸਟੈਂਡ ਯੋਰ ਗਰਾਊਂਡ। ਨਾਈਸ। ਆਪਣੇ ਕੋਲ ਇੰਨੀ ਪਾਵਰ ਹੋਵੇ, ਇੰਨੀ ਸੈਲਫ ਅਵੇਅਰਨੈਸ ਹੋਵੇ ਕਿ ਕੋਈ ਤੁਹਾਡੇ ਤੇ ਹਾਵੀ ਨਾ ਹੋਵੇ। ਔਰ ਅਗਰ ਤੁਸੀਂ ਕਿਸੇ ਇੱਕ ਕਮਿਊਨਿਟੀ ਦਾ, ਗਰੁੱਪ ਦਾ, ਟੀਮ ਦਾ ਪਾਰਟ ਬਣੋ ਤਾਂ ਤੁਹਾਡੀ ਪਾਵਰ ਐਡ ਅਪ ਹੋਵੇ, ਡਿਸਟਰਕਟਿਵ ਨਾ ਹੋਵੇ, ਕੰਸਟਰਕਟਿਵ ਹੋਵੇ। ਠੀਕ ਹੈ। ਸਹੀ। ਰੈਪ ਅਪ ਕਰਦੇ ਆ ਆਪਾਂ ਅੱਜ ਦੇ ਡਿਸਕਸ਼ਨ 'ਚ। ਆਪਾਂ ਜੋ ਮੇਨ ਪੁਆਇੰਟਸ ਡਿਸਕਸ ਕੀਤੇ ਸੀਗੇ ਉਹ ਸੀਗੇ ਕਿ what does power mean to us? Is power linked to manipulation? Is power just an illusion? ਤੇ ਲਾਸਟ ਪੁਆਇੰਟ ਆਪਾਂ ਡਿਸਕਸ ਕੀਤਾ ਸੀਗਾ, ਜੋ ਆਪਾਂ ਸਿੱਟਾ ਇਹ ਕੱਢਿਆ ਸੀਗਾ ਕਿ power comes from fear and sometimes fear creates power. Thanks a lot ਹਰਪ੍ਰੀਤ ਔਰ ਅਨੁਭਵ ਜੁਆਇਨ ਕਰਨ ਲਈ ਅੱਜ। ਬਹੁਤ ਵਧੀਆ ਲੱਗਿਆ ਗੱਲ ਕਰਕੇ। ਆਪਾਂ ਨੈਕਸਟ ਵੀਕ ਮਿਲਦੇ ਹਾਂ। ਥੈਂਕ ਯੂ। ਥੈਂਕਸ ਅ ਲੋਟ।